Hello students, welcome for the next video, Principles of Human Resource Management. Our next video for next topic, Nature of Human Resource Management. Human Resource Management the meaning, characteristics ਆਪਾਂ ਪੜ੍ਹ ਚੁੱਕੇ ਹਾਂ ਬੇਟਾ. Next topic ਤੁਹਾਡਾ ਆਉਂਦਾ ਹੈ Nature of Human Resource Management. ठीक है, ਹਿਊਮਨ ਰਿਸੋਰਸ ਮੈਨੇਜਮੈਂਟ ਜਿਵੇਂ ਤੁਹਾਨੂੰ ਪਤਾ ਚੱਲ ਹੀ ਗਿਆ ਕਿ ਇਹ ਜਿਹੜਾ ਹਿਊਮਨ ਰਿਸੋਰਸ ਮੈਨੇਜਮੈਂਟ ਹੁੰਦੀ ਹੈ ਕਿ ਜਿੰਨੇ ਵੀ ਆਪਣੇ ਕਿਸੇ ਵੀ ਆਰਗੇਨਾਈਜੇਸ਼ਨ 'ਚ ਇੰਪਲੋਈਜ਼ ਕੰਮ ਕਰਦੇ ਹੈ ਜਿਹੜੇ ਹਿਊਮਨ ਰਿਸੋਰਸਿਸ ਹੈ ਉਹਨਾਂ ਨੂੰ ਮੈਨੇਜ ਕਰਨਾ, ਮਤਲਬ ਉਹਨਾਂ ਦੇ ਹਰ ਚੀਜ਼ ਦਾ ਧਿਆਨ ਰੱਖਣਾ, ਉਹੀ ਹਿਊਮਨ ਰਿਸੋਰਸ ਮੈਨੇਜਮੈਂਟ ਮੰਨੀ ਜਾਂਦੀ ਹੈ. ਇਹਦੇ ਨੇਚਰ ਦੇ ਵਿੱਚ ਫਸਟ ਪੁਆਇੰਟ ਹੈ ਇੰਟੈਗਰਲ ਪਾਰਟ ਆਫ ਦਾ ਪ੍ਰੋਸੈਸ ਆਫ ਮੈਨੇਜਮੈਂਟ. ਇੰਟੈਗਰਲ ਮਤਲਬ ਜ਼ਰੂਰੀ ਪਾਰਟ ਜਿਹਨੂੰ ਆਪਾਂ ਕਹਿ ਸਕਦੇ ਹਾਂ. ਹਿਊਮਨ ਰਿਸੋਰਸ ਮੈਨੇਜਮੈਂਟ ਜਿਹੜਾ ਹੈ ਇਹ ਵੀ ਹਿਊਮਨ ਰਿਸੋਰਸ ਮੈਨੇਜਮੈਂਟ ਜਿਵੇਂ ਬਾਕੀ ਸਾਰੇ ਆਪਣੇ ਪਾਰਟਸ ਨੇ, ਸਾਰੇ ਫੰਕਸ਼ਨਸ ਨੇ ਮੈਨੇਜਮੈਂਟ ਨੇ, ਉਹਨਾਂ ਦੇ ਵਿੱਚੋਂ ਹਿਊਮਨ ਰਿਸੋਰਸ ਮੈਨੇਜਮੈਂਟ ਵੀ ਇੱਕ ਇੰਪੋਰਟੈਂਟ ਪਾਰਟ ਹੈ. ਇਹ ਹਿਊਮਨ ਰਿਸੋਰਸ ਮੈਨੇਜਮੈਂਟ ਕੈਨ ਨਾਟ ਬੀ ਸੈਪਰੇਟਡ ਫਰੋਮ ਦਾ ਬੇਸਿਕ ਮੈਨੇਜਮੈਂਟ ਫੰਕਸ਼ਨ. ਬਾਕੀ ਜਿੰਨੇ ਫੰਕਸ਼ਨਸ ਨੇ ਉਹਨਾਂ ਦੇ ਨਾਲੋਂ ਇਹਨੂੰ ਸੈਪਰੇਟ ਨਹੀਂ ਕੀਤਾ ਜਾ ਸਕਦਾ. ਜਿਵੇਂ ਬਾਕੀ ਫੰਕਸ਼ਨ ਜ਼ਰੂਰੀ ਨੇ ਉਸੇ ਤਰ੍ਹਾਂ ਹੀ HRM ਵੀ ਓਨਾ ਹੀ ਜ਼ਰੂਰੀ ਹੈ. ਹਿਊਮਨ ਰਿਸੋਰਸ ਨੂੰ ਮੈਨੇਜ ਕਰਨਾ ਵੀ ਓਨਾ ਹੀ ਜ਼ਰੂਰੀ ਹੈ. ਸੈਕਿੰਡ ਇਜ਼ ਦਾ ਕੰਪਰੀਹੈਂਸਿਵ ਫੰਕਸ਼ਨ. ਕੰਪਰੀਹੈਂਸਿਵ ਮਤਲਬ ਤੁਸੀਂ ਸਮਝਦੇ ਹੋ ਨਾ ਕੰਪਰੀਹੈਂਸਿਵ ਤੋਂ ਕਿ ਇਹ ਕੰਬਾਈਨ ਕਰਨਾ, ਇੱਕ ਮਤਲਬ ਸ਼ਾਰਟ ਦੇ ਵਿੱਚ ਜਿਹਨੂੰ ਆਪਾਂ ਲੈਂਦੇ ਹਾਂ. ਤਾਂ ਮੇਨ ਫੰਕਸ਼ਨ ਆਫ ਦਾ ਹਿਊਮਨ ਰਿਸੋਰਸ ਮੈਨੇਜਮੈਂਟ ਇਜ਼ ਟੂ ਮੈਨੇਜ ਦਾ ਪੀਪਲ ਐਟ ਵਰਕ. ਇਹਦਾ ਮੇਨ ਕੰਮ ਕੀ ਹੁੰਦਾ ਹੈ ਕਿ ਜਿੰਨੇ ਵੀ ਲੋਕ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਨੇਜ ਕਰਨਾ, ਉਹਨਾਂ ਦੇ ਕੰਮ ਦਾ ਧਿਆਨ ਰੱਖਣਾ. ਠੀਕ ਹੈ, ਇਹ ਕੰਪਰੀਹੈਂਸਿਵ ਫੰਕਸ਼ਨ ਹੈ ਕਿਉਂਕਿ ਪੂਰੀ ਆਰਗੇਨਾਈਜੇਸ਼ਨ ਦੇ ਵਿੱਚ ਜਿੰਨੇ ਵੀ ਪਰਸਨਸ ਕੰਮ ਕਰਦੇ ਨੇ, ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦੇ ਨੇ, ਪ੍ਰੋਡਕਸ਼ਨ ਡਿਪਾਰਟਮੈਂਟ, ਫਾਈਨੈਂਸ਼ੀਅਲ ਡਿਪਾਰਟਮੈਂਟ, ਮਾਰਕੀਟਿੰਗ ਡਿਪਾਰਟਮੈਂਟ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ, ਸਾਰਿਆਂ ਨੂੰ ਇਕੱਠਾ ਹੀ ਹਰ ਜੋਬ ਦੇ ਲਈ ਧਿਆਨ ਰੱਖਣਾ, ਜੋਬ ਲਈ ਅਪੁਆਇੰਟ ਕਰਨਾ. ਠੀਕ ਹੈ, ਇਸ ਕਰਕੇ ਇਹਨੂੰ ਕੰਪਰੀਹੈਂਸਿਵ ਫੰਕਸ਼ਨ ਕਿਹਾ ਜਾਂਦਾ ਹੈ. ਇਟ ਅਪਲਾਈ ਟੂ ਦਾ ਵਰਕਰਸ, supervisors, officers, managers and any other type of the personnel. ਮਤਲਬ ਇਹ ਨਹੀਂ ਹੈ ਕਿ ਜਿਹੜਾ HRM ਹੈ ਉਹ ਸਿਰਫ ਲੋਅਰ ਲੈਵਲ ਲਈ ਹੀ ਅਪਲਾਈ ਹੁੰਦਾ ਹੈ ਜਾਂ ਵਰਕਰਸ ਲਈ ਹੀ ਅਪਲਾਈ ਹੁੰਦਾ ਹੈ. HRM ਹਿਊਮਨ ਰਿਸੋਰਸ ਮੈਨੇਜਮੈਂਟ ਪੂਰੀ ਆਰਗੇਨਾਈਜੇਸ਼ਨ ਦੇ ਹਰ ਇੰਪਲਾਈ ਨੂੰ ਕਲੈਕਟਿਵਲੀ ਜਿਹੜਾ ਹੈਗਾ ਉਹਦੇ 'ਤੇ ਕੰਮ ਕਰਦਾ ਹੈ. ਇਸ ਕਰਕੇ ਸਾਰੇ ਆਫਿਸਰ, ਮੈਨੇਜਰ, ਸੁਪਰਵਾਈਜ਼ਰ ਸਾਰੇ ਹੀ ਇਹਦਾ ਪਾਰਟ ਹੁੰਦੇ ਨੇ. ਨੰਬਰ 3 ਇਜ਼ ਪ੍ਰੀਵੈਸਿਵ ਫੰਕਸ਼ਨ. ਪ੍ਰੀਵੈਸਿਵ ਦਾ ਮਤਲਬ ਹੁੰਦਾ ਹੈ ਐਟ ਆਲ ਲੈਵਲ, ਹਰ ਜਗ੍ਹਾ 'ਤੇ, ਹਰ ਆਰਗੇਨਾਈਜੇਸ਼ਨ ਲਈ. ਜਿਸ ਤਰ੍ਹਾਂ ਪਲੈਨਿੰਗ ਜਾਂ ਆਰਗੇਨਾਈਜ਼ਿੰਗ ਹਰ ਜਗ੍ਹਾ 'ਤੇ ਹਰ ਆਰਗੇਨਾਈਜੇਸ਼ਨ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਹੀ ਹਿਊਮਨ ਰਿਸੋਰਸ ਮੈਨੇਜਮੈਂਟ ਵੀ ਅੱਜ ਦੇ ਟਾਈਮ ਦੇ ਵਿੱਚ ਆਰਗੇਨਾਈਜੇਸ਼ਨ ਦਾ ਇੱਕ ਜ਼ਰੂਰੀ ਪਾਰਟ ਹੈ. ਔਰ ਇਹ ਨਹੀਂ ਹੈ ਕਿ ਇਹਨੂੰ ਹਰ ਤਰ੍ਹਾਂ ਦੀ ਆਰਗੇਨਾਈਜੇਸ਼ਨ ਦੇ ਵਿੱਚ, ਇਹ ਸਿਰਫ ਪ੍ਰੋਡਕਸ਼ਨ ਲਈ ਜਾਂ ਕੰਪਨੀ ਦੇ ਵਿੱਚ ਯੂਜ਼ ਨਹੀਂ ਹੁੰਦਾ. ਚਾਹੇ ਕੋਈ ਸਕੂਲ ਹੈ, ਚਾਹੇ ਕੋਈ ਹੌਸਪੀਟਲ ਹੈ, ਚਾਹੇ ਕੋਈ ਏਅਰ ਫੋਰਸਿਸ ਨੇ, ਆਰਮੀ ਆਫਿਸਰ ਨੇ, ਠੀਕ ਹੈ, ਜਾਂ ਕੋਈ ਸਪੋਰਟਸ ਆਰਗੇਨਾਈਜੇਸ਼ਨ ਹੈ, ਕਿਸੇ ਤਰ੍ਹਾਂ ਦਾ ਵੀ ਕੋਈ ਆਰਗੇਨਾਈਜੇਸ਼ਨ ਹੈ, ਹਰ ਤਰ੍ਹਾਂ ਦੇ ਵਿੱਚ ਜਿਹੜਾ ਹੈ ਹਿਊਮਨ ਰਿਸੋਰਸ ਮੈਨੇਜਮੈਂਟ ਯੂਜ਼ ਹੁੰਦੀ ਹੈ. ਇਹ ਵੀ ਓਨਾ ਹੀ ਇੰਪੋਰਟੈਂਟ ਪਾਰਟ ਹੈ ਜਿੰਨੇ ਬਾਕੀ ਸਾਰੇ ਫੰਕਸ਼ਨਸ ਨੂੰ ਮੰਨਿਆ ਜਾਂਦਾ ਹੈ. ਠੀਕ ਹੈ, ਐਂਡ ਦ ਨੈਕਸਟ ਇਜ਼ ਫੋਰਥ ਪੁਆਇੰਟ ਇਜ਼ ਪੀਪਲ ਓਰੀਐਂਟਡ. ਦੇਖੋ ਆਪਾਂ ਨੂੰ ਪਤਾ ਹੈ, ਨਾਮ ਤੋਂ ਹੀ ਕਲੀਅਰ ਹੈ ਕਿ HRM ਜਿਹੜਾ ਹੈ ਉਹ ਹਿਊਮਨ ਬੀਇੰਗਸ ਨਾਲ ਰਿਲੇਟਡ ਹੈ ਕਿਉਂਕਿ ਇੰਪਲੋਈਜ਼ ਜਿਹੜੇ ਨੇ, ਔਰ ਇੰਪਲੋਈਜ਼ ਤੁਹਾਡੇ ਕਿਹੜੇ ਇੰਪਲੋਈਜ਼ ਨੇ, ਕਿਸ ਤਰ੍ਹਾਂ ਦੀ ਜੋਬ ਕਰ ਰਹੇ ਨੇ, ਠੀਕ ਹੈ, ਉਹਨਾਂ ਦਾ ਬੇਸਿਕ ਉਹਨਾਂ ਦੀ ਸਕਿੱਲਸ ਕੀ ਨੇ, ਉਹਨਾਂ ਨੂੰ ਟ੍ਰੇਨਿੰਗ ਕਿਵੇਂ ਦੇਣੀ ਹੈ, ਹਰ ਚੀਜ਼ ਦਾ ਧਿਆਨ ਜਿਹੜਾ ਹੈਗਾ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਵਿੱਚ ਰੱਖਿਆ ਜਾਂਦਾ ਹੈ. ਬੇਸਿਕਲੀ ਹਿਊਮਨ ਰਿਸੋਰਸ ਮੈਨੇਜਮੈਂਟ ਇਜ਼ ਅ ਪੀਪਲ ਓਰੀਐਂਟਡ ਫੰਕਸ਼ਨ ਕਿਉਂਕਿ ਲੋਕਾਂ ਦੀਆਂ ਨੀਡਸ ਅਤੇ ਉਹਨਾਂ ਦੀਆਂ ਜਿਹੜੇ ਵੀ ਉਹਨਾਂ ਦੇ ਜੋ ਮੋਟੀਵੇਸ਼ਨ ਹੈ ਉਹਨੂੰ ਮੇਨ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ. ਜਿਹੜਾ ਇੱਕ ਪਰਸਨ ਵੀ ਹੋ ਸਕਦਾ ਹੈ ਜਾਂ ਗਰੁੱਪ ਆਫ ਪਰਸਨ ਵੀ ਹੋ ਸਕਦੇ ਨੇ, ਕੋਈ ਵੀ ਇੰਪਲੋਈਜ਼ ਨੇ ਜਿਹੜੇ, ਤਾਂ ਇਟ ਇਜ਼ ਅ ਪ੍ਰੋਸੈਸ ਆਫ ਫਾਈਂਡਿੰਗ ਆਊਟ ਦਾ ਆਪਟੀਮਮ ਅਰੇਂਜਮੈਂਟ ਬਿਟਵੀਨ ਦਾ ਇੰਡੀਵਿਜੂਅਲ ਜੋਬ ਐਂਡ ਦਾ ਆਰਗੇਨਾਈਜੇਸ਼ਨ. ਕਿ ਜਿੰਨੇ ਵੀ ਇੰਡੀਵਿਜੂਅਲਸ ਨੇ ਜਾਂ ਜਿਹੜੀਆਂ ਆਰਗੇਨਾਈਜੇਸ਼ਨ ਦੇ ਉਹਨਾਂ ਦੇ ਵਿੱਚ ਇੱਕ ਜੋਬ ਅਰੇਂਜ ਕਰਨਾ, ਉਹਨਾਂ ਦੇ ਲਈ ਇਹ ਓਪਰਚੁਨਿਟੀਜ਼ ਦੇਣਾ, ਉਹ ਕੰਮ ਕਿਹਦਾ ਹੁੰਦਾ ਹੈ ਹਿਊਮਨ ਰਿਸੋਰਸ ਮੈਨੇਜਮੈਂਟ ਦਾ. ਸੋ ਇਟ ਇਜ਼ ਅ ਕਾਲਡ ਪੀਪਲ ਓਰੀਐਂਟਡ. ਠੀਕ ਹੈ, ਐਂਡ ਦ ਨੈਕਸਟ ਇਜ਼ ਬੇਸਡ ਔਨ ਦਾ ਹਿਊਮਨ ਰਿਲੇਸ਼ਨਸ. ਹਿਊਮਨ ਰਿਸੋਰਸ ਮੈਨੇਜਮੈਂਟ ਟੋਟਲੀ ਹਿਊਮਨ ਦੇ ਰਿਲੇਸ਼ਨਸ ਦੇ ਉੱਤੇ ਨਿਰਭਰ ਕਰਦਾ ਹੈ ਕਿ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਜਿੰਨੇ ਵੀ ਇੰਪਲੋਈਜ਼ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਅੱਛੇ ਰਿਲੇਸ਼ਨਸ ਬਣਾ ਕੇ ਰੱਖਣਾ, ਅੱਛੇ ਰਿਲੇਸ਼ਨਸ ਨੂੰ ਕਾਇਮ ਰੱਖਣਾ, ਇਹੀ ਮੇਨ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ. ਠੀਕ ਹੈ, ਐਂਡ ਦ ਨੈਕਸਟ ਇਜ਼ ਕੰਟੀਨਿਊਅਸ ਪ੍ਰੋਸੈਸ. ਜਿਵੇਂ ਪਲੈਨਿੰਗ ਕੰਟੀਨਿਊ ਪ੍ਰੋਸੈਸ ਹੈ, ਇਹ ਨਹੀਂ ਕਿ ਇੱਕ ਵਾਰ ਪਲੈਨਿੰਗ ਕਰ ਲਈ ਕੰਮ ਖਤਮ ਹੋ ਗਿਆ.
ਪਲੈਨਿੰਗ ਚੱਲਦੀ ਰਹਿੰਦੀ ਸੇਮ ਐਜ਼ ਲਾਈਕ ਦੈਟ ਜਿਹੜਾ ਆਪਣਾ ਹਿਊਮਨ ਰਿਸੋਰਸ ਮੈਨੇਜਮੈਂਟ ਦਾ ਕੰਮ ਹੈ ਉਹ ਵੀ ਚੱਲਦਾ ਰਹਿੰਦਾ ਹੈ ਕਿਉਂਕਿ ਆਪਾਂ ਇੰਪਲੋਈਜ਼ ਟਾਈਮ ਟੂ ਟਾਈਮ ਨਵੇਂ ਇੰਪਲੋਈਜ਼ ਨਵੇਂ ਕੰਮ ਜਿਹੜੇ ਉਹ ਮਿਲਦੇ ਨੇ ਤਾਂ ਇਸ ਕਰਕੇ ਇਹ ਵੀ ਉਨਾ ਹੀ ਕੰਟੀਨਿਊ ਹੈ ਜਿਵੇਂ ਬਾਕੀ ਸਾਰੇ ਫੰਕਸ਼ਨਸ ਕੰਟੀਨਿਊ ਹੁੰਦੇ ਨੇ ਸਾਇੰਸ ਐਜ਼ ਵੈਲ ਐਜ਼ ਆਰਟ ਹੁਣ ਆਪਾਂ ਨੂੰ ਪਤਾ ਹੈ ਕਿ ਮੈਨੇਜਮੈਂਟ ਇਜ਼ ਐਨ ਆਰਟ ਐਂਡ ਸਾਇੰਸ ਸੇਮ ਲਾਈਕ ਦੈਟ ਹਿਊਮਨ ਰਿਸੋਰਸ ਮੈਨੇਜਮੈਂਟ ਵੀ ਆਰਟ ਵੀ ਹੈ ਅਤੇ ਸਾਇੰਸ ਵੀ ਹੈ ਸਾਇੰਸ ਕਿਉਂ ਕਿਹਾ ਗਿਆ ਹੈ ਕਿਉਂਕਿ ਇਹਦੇ ਵਿੱਚ ਵੀ ਪ੍ਰੋਪਰ ਜਿਹੜਾ ਹੈਗਾ ਹੈ ਇੱਕ ਔਰਗਨਾਈਜ਼ਡ ਬਾਡੀ ਆਫ ਨੌਲੇਜ ਨੂੰ ਆਪਾਂ ਫੋਲੋ ਕਰਦੇ ਹਾਂ ਅਤੇ ਔਰ ਸਾਰੇ ਐਕਸਪੈਰੀਮੈਂਟਸ ਦੇ ਬੇਸ 'ਤੇ ਹੀ ਇਹਨੂੰ ਤਿਆਰ ਕੀਤਾ ਜਾਂਦਾ ਹੈ ਠੀਕ ਹੈ ਇਸ ਕਰਕੇ ਇਹਨੂੰ ਸਾਇੰਸ ਕਿਹਾ ਗਿਆ ਹੈ ਔਰ ਜਿਹੜਾ आर्ट इसलिए किया गया कि लोगों को हैंडल करना एक सिंपल काम नहीं है इट इज़ अ मोस्ट इम्पॉर्टेंट मोस्ट क्रिएटिव आर्ट सो ह्यूमन रिसोर्स मैनेजमेंट इज़ एन आर्ट एज वेल एज साइंस ठीक है और ਨੈਕਸਟ ਪੁਆਇੰਟ ਇਜ਼ ਰੀਸੈਂਟ ਔਰੀਜਨ ਪਹਿਲਾਂ ਜਿਹੜੀ ਪੁਰਾਣਾ ਟਰਡੀਸ਼ਨਲ ਵਿਊ ਸੀਗਾ ਉਦੋਂ ਹਿਊਮਨ ਰਿਸੋਰਸ ਮੈਨੇਜਮੈਂਟ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਸੀ ਹਿਊਮਨ ਰਿਸੋਰਸ ਮੈਨੇਜਮੈਂਟ ਇੱਕ ਸੈਪਰੇਟ ਡਿਪਾਰਟਮੈਂਟ ਦੇ ਤੌਰ 'ਤੇ ਨਹੀਂ ਲਿੱਤਾ ਜਾਂਦਾ ਸੀ ਬਟ ਅੱਜ ਦੇ ਟਾਈਮ ਦੇ ਵਿੱਚ ਇਹਨੂੰ ਇੱਕ ਸੈਪਰੇਟ ਡਿਪਾਰਟਮੈਂਟ ਔਰ ਇੱਕ ਇੰਪੋਰਟੈਂਟ ਪਾਰਟ ਦੀ ਤਰ੍ਹਾਂ ਲਿੱਤਾ ਜਾਂਦਾ ਹੈ ਠੀਕ ਹੈ ਐਂਡ ਦ 9th ਪੁਆਇੰਟ ਇਜ਼ ਨੈਕਸਟ ਪੁਆਇੰਟ ਤੁਸੀਂ ਇਹ ਕਰ ਲਓ ਇਹ ਵਾਲਾ ਪੁਆਇੰਟ ਤੁਸੀਂ ਸਕਿਪ ਕਰ ਸਕਦੇ ਹੋ ਬੇਸਿਕ ਟੂ ਆਲ ਫੰਕਸ਼ਨ ਏਰੀਆਜ਼ ਹੁਣ ਦੇਖੋ ਆਪਾਂ ਨੂੰ ਪਤਾ ਹੈ ਕਿ ਹਰ ਤਰ੍ਹਾਂ ਦੇ ਡਿਪਾਰਟਮੈਂਟ ਦੇ ਲਈ ਇੰਪਲੋਈਜ਼ ਦੀ ਲੋੜ ਹੈ ਸਭ ਤਰ੍ਹਾਂ ਦੇ ਕੰਮ ਮਤਲਬ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਆਪਣੇ ਕੰਮ ਨੇ ਔਰ ਉਹਦੇ ਲਈ ਆਪਣੇ ਅਲੱਗ ਸਕਿਲਡ ਇੰਪਲੋਈਜ਼ ਜਿਹੜੇ ਉਹ ਚਾਹੀਦੇ ਹੁੰਦੇ ਨੇ ਤਾਂ ਇਸ ਕਰਕੇ ਹਰ ਤਰ੍ਹਾਂ ਦੀ ਮੈਨੇਜਮੈਂਟ ਲਈ ਐਵਰੀ ਮੈਨੇਜਰ ਵਰਕਿੰਗ ਇਨ ਐਨੀ ਡਿਪਾਰਟਮੈਂਟ ਹੈਜ਼ ਟੂ ਪਰਫੋਰਮ ਦਾ ਪਰਸਨਲ ਫੰਕਸ਼ਨ ਤਾਂ ਉਹਨਾਂ ਦੇ ਆਪਣੇ ਫੰਕਸ਼ਨਸ ਹੁੰਦੇ ਨੇ ਤਾਂ ਇਸ ਕਰਕੇ ਆਲ ਏਰੀਆਜ਼ ਦੇ ਵਿੱਚ ਹਰ ਤਰ੍ਹਾਂ ਦੇ ਏਰੀਆ ਵਿੱਚ ਹਰ ਤਰ੍ਹਾਂ ਦੇ ਡਿਪਾਰਟਮੈਂਟ ਦੇ ਵਿੱਚ HRM ਦਾ ਫੁੱਲ ਰੋਲ ਹੈ ਔਰ ਇਸ ਤਰ੍ਹਾਂ ਇਹ ਤੁਹਾਡਾ ਕੰਪਲੀਟ ਹੁੰਦਾ ਹੈ ਨੇਚਰ ਆਫ ਦਾ HRM ਠੀਕ ਹੈ ਬੇਟਾ ਜੀ ਨੈਕਸਟ ਜਿਹੜਾ ਤੁਹਾਡਾ ਟੌਪਿਕ ਹੋਊਗਾ ਦੈਟ ਇਜ਼ ਦ ਇੰਪੋਰਟੈਂਸ ਆਫ HRM ਜਿਹੜਾ ਮੈਂ ਨੈਕਸਟ ਵੀਡੀਓ 'ਚ ਤੁਹਾਨੂੰ ਸੈਂਡ ਕਰਦੀ ਹਾਂ ਉਦੋਂ ਤੱਕ ਤੁਸੀਂ ਇਹਨੂੰ ਧਿਆਨ ਨਾਲ ਸੁਣਨਾ ਅਤੇ ਸਮਝਣਾ Take care.